ਦੇ ਨਾਂ ਤੋਂ ਟੋਰਨੇ ਆ। ਸੱਜਣੋ, ਮਿੱਤਰੋ, ਬੇਲੀਓ ਤੇ ਸੰਗੀਓ, ਮੇਰਾ ਸਭਨਾਂ ਨੂੰ ਪ੍ਰੇਮ ਭਰਿਆ ਸਤਿ ਸ੍ਰੀ ਅਕਾਲ, ਸਲਾਮ ਅਲੈਕੁਮ ਔਰ ਨਮਸਕਾਰ। ਮੈਂ ਚੌਧਰੀ ਸਾਗ ਆਪਣਾ YouTube ਚੈਨਲ ਸਾਂਝਾ ਪੰਜਾਬ ਲੈ ਕੇ ਹਾਜ਼ਰ ਹਾਂ ਔਰ ਮੈਂ ਸਾਰੇ ਵੇਖਣ ਵਾਲਿਆਂ ਨੂੰ ਬਹੁਤ ਬਹੁਤ ਮੇਰੇ ਵੱਲੋਂ ਤੁਹਾਨੂੰ ਸਲਾਹਨਾ ਤੁਹਾਡੀ ਆਪਣਾ ਇਸ ਵਾਸਤੇ ਕਿ ਤੁਸੀਂ ਇਹ ਮੇਰਾ ਚੈਨਲ ਵੇਖਦੇ ਔਰ ਪਸੰਦ ਕਰਦੇ ਔਰ ਲਾਈਕ ਕਰਦੇ ਹੋ। ਸਾਂਝਾ ਪੰਜਾਬ ਜਿਹੜਾ ਇਹਦਾ ਮੈਂ ਮਿਸ਼ਨ ਦੇ ਤੌਰ ਤੇ ਇਹ ਸ਼ੁਰੂ ਕੀਤਾ ਕਿਉਂਕਿ ਖਾਸ ਤੌਰ 'ਤੇ ਸਟੇਟ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿਹੜਾ ਜਿਸ ਬੰਦੇ ਨੂੰ ਕੋਈ ਇਸ਼ੂ ਹੋਣ, ਉਹ ਭਾਵੇਂ ਮਿਸਿੰਗ ਪਰਸਨ ਹੋਣ ਜਾਂ ਹਿਊਮਨ ਰਾਈਟ ਦੇ ਮਸਲੇ ਹੋਣ ਜਾਂ ਕਿਸੇ ਹੋਰ ਨੂੰ ਜਿਨ੍ਹਾਂ ਦਾ ਕੋਈ ਨਾਲ ਨਾਇਨਸਾਫੀ ਹੋ ਰਹੀ ਹੋਵੇ, ਸਟੂਡੈਂਟ ਹੋਣ ਜਾਂ ਜੋ ਵੀ ਹੋਣ, ਉਹਨਾਂ ਦਾ ਮੈਂ ਇਹ ਮਿਸ਼ਨ ਲੈ ਕੇ ਟੁਰਿਆ ਕਿ ਉਹਨਾਂ ਨੂੰ ਆਪਣੀ ਕੋਸ਼ਿਸ਼ ਕਰਕੇ, ਆਪਣੀ ਜਦੋਜਹਿਦ ਕਰਕੇ ਆਪਣਾ ਉਹਨਾਂ ਨੂੰ ਇਨਸਾਫ ਜਿਹੜਾ ਨਾ ਲੈਣ ਵਾਸਤੇ ਹੁਕਾਮ ਬਾਲਾ ਮਤਲਬ ਸਦਰ ਪਾਕਿਸਤਾਨ, ਵਜ਼ੀਰ ਆਜ਼ਮ ਪਾਕਿਸਤਾਨ ਔਰ ਮੁਤਲਕਾ ਅਦਾਰਿਆਂ ਮਸਲਨ ਕੋਰਟਸ ਸਭ ਨੂੰ ਇਹ ਜਿਹੜਾ ਪਤਾ ਲੱਗੇ ਕਿ ਇਹ ਅਸੀਂ ਕੋਈ ਇਸ਼ੂ ਚੁੱਕ ਰਹੇ ਹਾਂ। ਅੱਜ ਜਿਹੜਾ ਤੁਹਾਡੇ ਅੱਗੇ ਮੁੱਦਾ ਰੱਖਾਂਗੇ ਉਹ ਹੈ ਫਾਰਨ ਮੈਡੀਕਲ ਗ੍ਰੈਜੂਏਟਸ ਦਾ। ਇਹ ਕੋਈ 5000 ਦੇ ਕਰੀਬ ਤਾਲਬ ਇਲਮ ਨੇ ਜਿਹੜੇ ਕਿਰਗਿਸਤਾਨ, ਚਾਈਨਾ ਔਰ ਅਫਗਾਨਿਸਤਾਨ ਤੋਂ ਗ੍ਰੈਜੂਏਟ ਹੋ ਕੇ ਆਏ ਨੇ, ਮੈਡੀਕਲ ਗ੍ਰੈਜੂਏਸ਼ਨ ਕਰਕੇ ਆਏ। ਇਹਨਾਂ ਨੂੰ ਇੱਥੇ ਆਣ ਕੇ PMDC ਵਾਲਿਆਂ ਕੋਲ ਰਜਿਸਟ੍ਰੇਸ਼ਨ ਹੁੰਦੀ ਹੈ, ਇਨਰੋਲਮੈਂਟ ਹੁੰਦੀ ਹੈ, ਮਗਰ ਉਹਨਾਂ ਨੇ 2025 ਔਰ 2026 ਦੇ ਵਿੱਚ ਇੱਕ ਰੂਲਸ ਜਿਹੜਾ ਸੀ ਉਹਨੂੰ ਚੇਂਜ ਕਰ ਦਿੱਤਾ। ਉਹਨਾਂ ਨੂੰ ਕਿਹਾ ਜੀ ਕਿ ਜਾਂ ਤਾਂ ਤੁਸੀਂ ਅਮਰੀਕਾ ਦੇ ਵਿੱਚ ਕੋਈ ਐਜੂਕੇਸ਼ਨ ਇਹਦੇ ਨਾਲ ਮੈਡੀਕਲ ਦੇ ਨਾਲ ਰਿਲੇਟਡ ਹੈ ਉੱਥੇ ਰਜਿਸਟਰ ਹੋਵੋ ਅਤੇ ਜਾਂ $10,000 ਦਿਓ ਅਤੇ ਫਿਰ ਤੁਹਾਨੂੰ ਅਸੀਂ ਕਰਾਂਗੇ। ਉਹ ਕੱਲ੍ਹ ਯਾਨੀ ਕਿ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਉਹਨਾਂ ਨੇ ਆਣ ਕੇ ਪ੍ਰੈਸ ਕਾਨਫਰੰਸ ਕੀਤੀ ਸੀ। ਉਹਦੇ ਸਦਰ ਨੇ ਡਾਕਟਰ ਵਕਾਸ ਅਕਬਰ ਸਾਹਿਬ ਔਰ ਉਹਨਾਂ ਦੇ ਨਾਲ ਸਨ ਉਹਨਾਂ ਦੇ ਲੀਗਲ ਐਡਵਾਈਜ਼ਰ ਅਬਦਰ ਰਹੀਮ ਐਡਵੋਕੇਟ, ਔਰ ਤੀਸਰੇ ਨੰਬਰ 'ਤੇ ਸਨ ਡਾਕਟਰ ਅਦਨਾਨ ਸਾਹਿਬ ਜਿਹੜੇ ਸੀਨੀਅਰ ਸਨ ਸਭ ਤੋਂ। ਉਹਨਾਂ ਨੇ ਇੱਥੇ ਆਣ ਕੇ ਕਾਫੀ ਦੱਸਿਆ ਕਿ ਇਹ 2025 ਔਰ 2026 ਦੇ ਵਿੱਚ ਇਹਨਾਂ ਉਹ ਰੂਲਸ ਬਦਲ ਕੇ, ਅਤੇ ਹਾਲਾਂਕਿ ਅਸੀਂ ਜਦੋਂ ਬਾਹਰ ਪੜ੍ਹਨ ਲਈ ਜਾਂਦੇ ਹਾਂ ਇੱਥੋਂ NOC PMDC ਕੋਲ ਲੈ ਕੇ ਜਾਂਦੇ ਹਾਂ, ਇਜਾਜ਼ਤਨਾਮਾ ਲੈ ਕੇ ਜਾਂਦੇ ਹਾਂ, ਮਗਰ ਅੱਜ ਕੱਲ੍ਹ ਇੱਥੇ ਕੋਈ ਬਕੌਲ ਉਹਨਾਂ ਦੇ ਫਰੌਨਨੁਮਾ ਇੱਕ ਬੰਦਾ PMDC ਦਾ ਬੈਠਾ ਹੈ। ਅਸੀਂ ਜਿਹੜਾ ਨਾ ਜਿਹੜਾ ਇੱਥੇ ਹੈਲਥ ਮਿਨਿਸਟਰ ਹੈ ਉਹਨੂੰ ਵੀ ਮਿਲੇ ਹਾਂ, ਉਹ ਸਾਨੂੰ ਕਹਿੰਦਾ ਠੀਕ ਹੈ ਤੁਸੀਂ ਤੁਹਾਡੇ ਨਾਲ ਬਹੁਤ ਜ਼ਿਆਦਤੀ ਹੋ ਰਹੀ ਹੈ। ਇਸੇ ਤਰ੍ਹਾਂ ਫੋਰਨ ਆਪਣਾ ਜਿਹੜਾ ਸੈਕਟਰੀ ਹੈਲਥ ਹੈ ਉਹਨੂੰ ਮਿਲੇ ਹਾਂ, ਉਹਨੇ ਵੀ ਕਿਹਾ ਕਿ ਤੁਹਾਡੇ ਨਾਲ ਜ਼ਿਆਦਤੀ ਹੋ ਰਹੀ ਹੈ। ਔਰ ਅਸੀਂ ਇਹ ਕੇਸ ਕੀਤਾ ਸੀ ਪਿਸ਼ਾਵਰ ਹਾਈ ਕੋਰਟ ਦੇ ਵਿੱਚ, ਉਹਨਾਂ ਵੀ ਸਾਡੇ ਹੱਕ ਦੇ ਵਿੱਚ ਫੈਸਲਾ ਦੇ ਦਿੱਤਾ ਕਿ ਇਹਨਾਂ ਦਾ ਹੱਕ ਹੈ, ਇਹਨਾਂ ਦੀ ਰਜਿਸਟ੍ਰੇਸ਼ਨ ਇੱਥੇ ਹੋਣੀ ਚਾਹੀਦੀ ਹੈ। ਔਰ ਇਹ ਮਤਲਬ 5000 ਸਟੂਡੈਂਟ ਨੇ, 5000 ਸਟੂਡੈਂਟ ਦੇ ਨਾਲ ਜਿਹੜਾ ਨਾ ਕੋਈ 5000 ਫੈਮਲੀਆਂ, ਮਤਲਬ ਦੇਖੋ ਨਾ ਉਹ ਦਰਬਦਰ ਫਿਰ ਰਹੇ ਨੇ, ਰੁੜ ਰਹੇ ਨੇ। ਦੇਖੋ ਉਹਨਾਂ 6-6 ਸਾਲ 5-5 ਸਾਲ ਪੜ੍ਹ ਕੇ ਆਏ ਨੇ, ਮੈਡੀਕਲ ਉਹ ਕਰਕੇ ਆਏ ਨੇ, ਅਤੇ ਤੁਸੀਂ ਉਹਨਾਂ ਨੂੰ ਕਿਉਂ ਇਜਾਜ਼ਤ ਨਹੀਂ ਦਿੰਦੇ? ਇਹਦੇ ਵਿੱਚ ਇਹ ਹੈ ਕਿ ਬਾਹਰ ਜਿਹੜੇ ਸਟੂਡੈਂਟ ਨੇ ਜਿਹੜੇ ਅਫਗਾਨਿਸਤਾਨ ਤੋਂ ਤਲਕ ਉਹਨਾਂ ਨੂੰ FRCP ਔਰ MCP ਇਹੋ ਜਿਹੇ ਇਮਤਿਹਾਨਾਂ ਵਿੱਚ ਬਹਿਣ ਦੀ ਇਜਾਜ਼ਤ ਦੇ ਦਿੱਤੀ ਹੈ ਔਰ ਉਹ ਪ੍ਰੈਕਟਿਸ ਵੀ ਕੁਛ ਉਹਨਾਂ ਦੇ ਵਿੱਚੋਂ ਇੱਥੇ ਪ੍ਰੋਫੈਸਰ ਲੱਗੇ ਨੇ, ਅਸਿਸਟੈਂਟ ਪ੍ਰੋਫੈਸਰ ਵਗੈਰਾ। ਮਕਸਦ ਇਹ ਕਿ ਇਹ ਦੋਹਰਾ ਜਿਹੜਾ ਮਿਆਰ ਹੈ ਇਹ ਖ਼ਤਮ ਹੋਣਾ ਚਾਹੀਦਾ ਔਰ ਇਹਨੂੰ ਇਹ ਕਰਨਾ ਚਾਹੀਦਾ ਹੈ, ਖ਼ਤਮ ਕਰਨਾ ਚਾਹੀਦਾ ਔਰ ਸਾਡਾ ਨਾਇਨਸਾਫੀ ਖ਼ਤਮ ਹੋਣੀ ਚਾਹੀਦੀ ਹੈ। ਉਹਨਾਂ ਸਾਰੇ ਅਸੈਂਬਲੀ ਨੂੰ ਵੀ ਸਾਰਿਆਂ ਨੂੰ ਉਹ ਕੀਤਾ ਆਪਣਾ ਕਿ ਤੁਸੀਂ ਜਿਹੜਾ ਨਾ ਸਾਡੀ ਮਦਦ ਕਰੋ ਜਿਸ ਤਰ੍ਹਾਂ ਵੀ ਹੋ ਸਕਦਾ ਹੈ। ਔਰ ਸਾਰੇ ਇਹ ਸਟੂਡੈਂਟ ਜਿਹੜੇ ਨੇ ਇਹ KPK ਤੋਂ ਤਲਕ ਰੱਖਦੇ ਨੇ, ਲਿਹਾਜ਼ਾ ਇਹ ਤੁਸੀਂ ਹੁਣ ਉਹਨਾਂ ਦੀ ਪ੍ਰੈਸ ਕਾਨਫਰੰਸ ਵੇਖੋਗੇ, ਉਹਨਾਂ ਦੇ ਜਿਹੜੇ ਮੁਤਾਲਬਾਤ ਨੇ ਉਹ ਵੀ ਸੁਣੋਗੇ ਔਰ ਉਹਨਾਂ ਨਾਲ ਜਿਹੜੀਆਂ ਨਾਇਨਸਾਫੀਆਂ ਹੋ ਰਹੀਆਂ ਨੇ ਉਹ ਵੀ ਸੁਣੋਗੇ। ਲਿਹਾਜ਼ਾ ਮੇਰਾ ਇਹ YouTube ਚੈਨਲ ਸਾਂਝਾ ਪੰਜਾਬ ਤੁਸੀਂ ਸਬਸਕ੍ਰਾਈਬ ਵੀ ਕਰਨਾ ਹੈ ਔਰ ਇਹਦਾ ਟੱਲੀ ਦਾ ਬਟਨ ਵੀ ਦਬਾਉਣਾ ਹੈ ਔਰ ਲਾਈਕ ਵੀ ਕਰਨਾ ਹੈ ਔਰ ਤੁਹਾਨੂੰ ਤਾਂ ਕਿ ਇਹਦਾ ਜਿਹੜੇ
ਚੈਨਲ ਦੇ ਉੱਤੇ ਜਿਹੜੀ ਚੱਲਦੀਆਂ ਨੇ ਚੀਜ਼ਾਂ ਉਹ ਮਿਲਦੀਆਂ ਨੇ। ਰੱਬ जितने भी मीडिया के साथ यहाँ पे आए हुए तशरीफ लाए हुए आप सबका बहुत शुक्रिया। ये एक संगीन नोयत का मसला है कि तकरीबन 5 मेरा नाम अब्दुल वजीर है। आप सबका बहुत शुक्रिया कि आप आए हैं और ये मसला इंतहाई संगीन नोयत का है। जिस तरह के फॉरेन मेडिकल ग्रेजुएट्स है उनके जो सदर साहब हैं उनने केस का जो फैक्चुअल पोजीशन है वो आपके सामने रख लिया है। इनके तबीना के हजरात भी यहाँ पे तशरीफ फरमा है। फैक्चुअल पोजीशन तो सटीक आपके सामने क्लियर हो चुकी है। मैं सिर्फ चंद लीगल पॉइंट्स पे आपके सामने वो अर्ज करूँगा। सबसे पहले तो जिस तरह की साहब ने फरमाया कि ये दो नोटिफिकेशन, एक सिर्फ 8 सितंबर 2025 को पाकिस्तान मेडिकल एंड डेंटल काउंसिल ने एक नोटिफिकेशन इशू किया था और एक नोटिफिकेशन हाल ही में 31 जुलाई 2026 को पाकिस्तान मेडिकल एंड डेंटल काउंसिल ने इशू किया। अब ये दोनों जो नोटिफिकेशन है इसके जाहिर बात है इनकी लीगल सैंक्टिटी क्या है। दूसरी चीज़ ये है कि इनका आया जो एक एडमिनिस्ट्रेटिव कोई ऑर्डर होता है, कोई नोटिफिकेशन, कोई डिपार्टमेंट, कोई वो PMDC वो इशू करता है तो आया जो एडमिनिस्ट्रेटिव ऑर्डर है या नोटिफिकेशन है इनका रेट्रोस्पेक्टिव इफेक्ट क्या होता है लीगल पार्लेंस में। तो दूसरी बात ये है कि आया वो जो नोटिफिकेशन है वो कोई एक स्पीकिंग ऑर्डर है, आया वो एक वेल रीजन ऑर्डर है एज पर PMDC रूल्स, एज पर PMDC एक्ट 2022। तो इन चीज़ों का अहाता करने के लिए मैं सिर्फ इतना अर्ज करूँगा कि जिस तरह के सर साहब ने फरमाया ये जो इशू है, ये जो जितने भी स्टूडेंट्स थे यहाँ से NOC लेके जब ये वहाँ पे गए हुए थे तो तकरीबन एक स्टूडेंट ने मिलियंस ऑफ रुपए खर्च करके अपने आप पर वहाँ पे उन्होंने एनरोल किया अपने आप को और वहाँ से वो ग्रेजुएट हुए। अब ये जो ग्रेजुएशन उन्होंने की है ये कोई 2014 में एनरोल हुआ है, कोई 2016 में 17 में। तो इतने अरसे में जब उन्होंने डिग्रीज ली हैं, डिग्रीज लेने के बाद जब यहाँ पे वो वापस आए रजिस्ट्रेशन की वजह से, क्योंकि PMDC एक्ट के मुताबिक PMDC पर्टिकुलरली जो सेक्शन 18 है PMDC एक्ट सब सेक्शन 2 उनके लिए वो ड्यूटी बाउंड है कि उनकी रजिस्ट्रेशन मस्ट है कि वो उनको रजिस्ट्रेशन दे। अब सब सवाल यहाँ पे ये पैदा होता है कि ग्रेजुएशन करने के बाद जितने भी ये स्टूडेंट्स वापस आए पाकिस्तान तो जब उन्होंने अप्लाई किया तो उन्होंने डिनाई किया। पहले तो वो इसको लिंगर ऑन करते हैं तो उन्होंने 8 सितंबर को जो नोटिफिकेशन इशू किया है उसके बाद चूंकि ये एग्रीव होने के बाद पेशावर हाई कोर्ट जिस तरह अर्ज किया पेशावर हाई कोर्ट गए, पेशावर हाई कोर्ट के सामने एक चीज जो क्वेश्चन ऑफ लॉ था वो ये था कि जो स्टूडेंट्स ऑलरेडी एनरोल्ड है पिछले 8-10 सालों से या 6 सालों से वहाँ पर उन्होंने डिग्रीज लेके वापस आ गए, सब्सिक्वेंटली पाकिस्तान मेडिकल एंड डेंटल काउंसिल 2025 में सितंबर में एक नोटिफिकेशन इशू करता है और उनकी रजिस्ट्रेशन को डिनाई करता है। तो आया ये जो उनका नोटिफिकेशन है इनके रिट्रोस्पेक्टिव असरात है या नहीं। पेशावर हाई कोर्ट के सामने यही एक क्वेश्चन था। डिवीजन बेंच ने उस पर यही फैसला दिया कि तो PMDC ने एक मजाक बनाया हुआ है। ये कैसे हो सकता है कि एक एडमिनिस्ट्रेटिव ऑर्डर, अब ये सिर्फ 1200 उस वक्त के जो स्टूडेंट्स थे जो फॉरेन मेडिकल जो ग्रेजुएट्स जो ग्रेजुएशन करके आए हैं, ये जो स्टूडेंट्स हैं तो पेशावर हाई कोर्ट ने कहा कि इनको फिलफोर रजिस्टर। और मैं प्रेसिडेंट फॉरेन मेडिकल ग्रेजुएट्स अफगान जो अफगानिस्तान की कम्युनिटी है उनका प्रेसिडेंट हूँ। हमारी आज की जो प्रेस कॉन्फ्रेंस है वो आप सब लोगों को पता है पाकिस्तान मेडिकल एंड डेंटल काउंसिल के जितनी भी जालिमाना पॉलिसीज़ है जो उन्होंने फॉरेन मेडिकल ग्रेजुएट्स यानी जो डॉक्टर्स बैरून मुल्क से पढ़ के आते थे जिसमें अफ़गानिस्तान, किर्गिस्तान और चाइना की स्टूडेंट यूनिवर्सिटीज़ है 1-2, और इन लोगों ने जो गैर मुनसिफाना पॉलिसीज़ बनाई है उनके हवाले से है। मैं थोड़ा ब्रीफली आप लोगों को बताना चाहता हूँ कि ये जो ऑलमोस्ट 1200 ग्रेजुएटेड डॉक्टर्स है और 4000 प्लस एनरोल्ड स्टूडेंट्स है अभी जिन यूनिवर्सिटीज़ में,
अफगानिस्तान में, किर्गिस्तान में और चाइना में। PMDC की एक नोटिफिकेशन आती है 8 सितंबर 2025 को, ये वो नोटिफिकेशन की वो कापी है। इसमें PMDC का एक वो बयानिया आता है, वो कहते हैं कि जो फॉरेन मेडिकल कॉलेजेस या यूनिवर्सिटीज़ ECFMG एजुकेशन कमीशन ऑफ जो अमेरिका का इदारा है उनके साथ एफिलिएटेड ना हो, या फिर PMDC को $10,000 पर यूनिवर्सिटी वो पे ना करे, तो वो उनको ना NRE जो नेशनल रजिस्ट्रेशन एग्जाम है उनमें बैठने की इजाज़त दी जाएगी और ना इन लोगों को PRMP इशू की जाएगी। चलो PMDC ने ये एक पॉलिसी बनाई, लेकिन उसकी ये जो जालिमाना पॉलिसी है वो इस हवाले से है कि दुनिया के किसी भी कानून के तहत या किसी भी कंट्री में आप जाए ना, तो जब एक पॉलिसी बनती है वो प्रोस्पेक्टिवली अप्लाई होती है। रेट्रोस्पेक्टिव इम्प्लीमेंटेशन ऑफ अ पॉलिसी किसी भी कंट्री में एक्सेप्टेबल नहीं है। तो जितने भी ये 4000 एनरोल्ड स्टूडेंट है और 1200 ग्रेजुएटेड डॉक्टर्स है, ये इस नोटिफिकेशन से पहले ग्रेजुएटेड है और एनरोल्ड है। मतलब ये 2018, 2017, 2016 में इन यूनिवर्सिटीज़ में जाके एडमिशन लिया था इन लोगों ने, और बाकायदा इनकी यूनिवर्सिटीज़ PMDC के साइट्स पे मौजूद थे। ये उनकी लिस्ट है कि मतलब इन लोगों ने इन लिस्ट पे भरोसा करके PMDC से बाकायदा NOC लेके, इजाज़त लेके वहाँ पे इन लोगों ने एडमिशन लिया और इस नोटिफिकेशन से पहले ग्रेजुएट हो गए। अब मैं आता हूँ ECFMG के हवाले से। अगर एक बंदा इंडिविजुअली मतलब मैं ECFMG के लिए मतलब अप्लाई करूँ तो मुझे वो वहाँ से एक्रेडिटेशन मिलती है, ये उसकी गाइडलाइन है। मतलब तमाम यूनिवर्सिटीज़ अफगानिस्तान के, किर्गिस्तान के जो यूनिवर्सिटी इन लोगों ने बैन की है वो इसमें मौजूद है। मज़े की बात एक और भी है कि किर्गिस्तान के वो यूनिवर्सिटीज़ जो PMDC के साथ अनरिकग्नाइज्ड है, वहाँ के हेल्थ मिनिस्ट्री ने उनको रिकग्नाइज करार दिया है। हालांकि PMDC के एक्ट 2022 में ये बताया गया है कि जो यूनिवर्सिटी वहाँ के लोकल हेल्थ मिनिस्ट्री के साथ एक्रेडिटेशन ना हो उनका, तो वो हमारे साथ मतलब रिकग्नाइज नहीं है। लेकिन PMDC ने ACB किर्गिस्तान की यूनिवर्सिटीज़ को यहाँ पे NRE एग्जाम और PRMP इशू करने की इजाज़त दी गई है उन स्टूडेंट्स को जो वहाँ के इवन हेल्थ मिनिस्ट्री के साथ मतलब किर्गिस्तान के अपने हेल्थ मिनिस्ट्री के साथ रजिस्टर्ड नहीं है। और ऐसी यूनिवर्सिटीज़ है जो वहाँ के हेल्थ मिनिस्ट्री के साथ रजिस्टर्ड है, लेकिन PMDC ने इन लोगों को मतलब अनरिकग्नाइज किया है। अब मैं आता हूँ PMDC के एक्ट 2022 के ऊपर। PMDC एक्ट 2022 पेज नंबर 28 सेक्शन 18 में ये बात क्लियर कट बताई गई है कि जब एक स्टूडेंट फॉरेन मेडिकल यूनिवर्सिटी से पढ़ के आता है, उनको विद इन 14 डेज में PRMP भी इशू की जाएगी और मतलब वो प्रोविजनल लाइसेंस होता है हाउस जॉब स्टार्ट करने के लिए, और उनको NRE में बैठने की इजाज़त भी मिल जाती है। लेकिन इसी एक्ट की PMDC ने फिर 8 सितंबर 2025 को दहिया उड़ा दी। हालांकि यही एक्ट उन्होंने 2024 में अप्लाई किया था। सबसे जो गैर मुनसिफाना काम है PMDC का ये है कि मतलब मेरा अपना एक क्लासमेट है, हम साथ में गए थे, हमने साथ में पढ़ा है, हम साथ में ग्रेजुएट हुए हैं, हमने साथ में PRMP के लिए अप्लाई किया है। 2 बंदों को PMDC ने PRMP इशू की है और 2 बंदों को PMDC ने PRMP इशू नहीं की है। वाई? क्यों? मतलब एक ही क्लास के एक ही यूनिवर्सिटी से पढ़ के आए हैं ये लोग, तो क्यों आपने 2 लोगों को PRMP इशू की है और 2 लोगों को इशू नहीं की है? फिर इसी गैर मुनसिफाना फैसलों के ऊपर हमने पेशावर हाई कोर्ट में केस किया कि ये जो पॉलिसी इन लोगों ने बनाई है ये रेट्रोस्पेक्टिवली इम्प्लीमेंटेशन इसकी नहीं हो सकती। मतलब अगर एक स्टूडेंट 2025 8 सितंबर से पहले एनरोल्ड है या ग्रेजुएट है, वो तो इस पॉलिसी के तहत नहीं आता है। जो पॉलिसी इन लोगों ने बनाई है चलो सही है, हम मानते हैं, लेकिन आगे वाले स्टूडेंट्स आगे वाले ग्रेजुएट्स पे अप्लाई करें। फिर पेशावर हाई कोर्ट के 2 जजेस बेंच ने फैसला हमारे हक में दिया, इसकी जजमेंट भी
ہمارے پاس ہے کہ ہاں بالکل یہ جو ڈاکٹرز ہے یا یہ جو اسٹوڈنٹس انرولڈ ہے وہاں پہ اس نوٹیفیکیشن سے پہلے گئے تھے، ان کی یہ پالیسی اپلائی نہیں ہوتی. پھر PMDC کو ہم نے جب یہ ججمنٹ اس کے سامنے رکھا تو 1 منتھ تک ان لوگوں نے کوئی وہ رسپانس شو نہیں کیا. پھر ہم نے ان کے خلاف کورٹ آف کنٹمپٹ کیس ڈالا، ان کی بھی ان لوگوں نے دھجیاں اڑا دی اور جا کے فیڈرل کنسٹیٹیوشن کورٹ میں انہوں نے اپیل کیا. فیڈرل کنسٹیٹیوشن کورٹ میں ہم نے بھی ان کے خلاف ایڈوکیٹ ہائر کیا. ایک ہماری ہیئرنگ ہو گئی ہے. جب ہم پروٹیسٹ کرنے آتے ہیں، جب ہم ان سے اپنا حق مانگنے آتے ہیں تو وہ ہمیں کہتے ہیں کہ نہیں، آپ جا کے کورٹ سے اپنا حق چھین. چلو صحیح ہے، ہم اپنے کورٹ کا کورٹ کے ڈیسیجن کا ویٹ کر رہے ہیں. آپ کس پالیسی کے تحت ابھی 31 جولائی 2026 کو ابھی ریسنٹلی 7 ڈیز پہلے ان کا ایک نوٹیفیکیشن آتا ہے اور جیو نیوز کا ایک ہیڈ لائن بن جاتی ہے کہ افغانستان کے جتنی بھی گریجویٹ ہے ان کو پریکٹس کرنے کی اجازت نہیں ہے. فار ایگزامپل جن یونیورسٹی سے ہم پڑھ کے آئے ہیں، ہم گریجویٹ ہوئے ہیں، انہی یونیورسٹیز کے پروفیسر KP کے پنجاب میں ہے ابھی ایسوسیٹ پروفیسر ہے، اسسٹنٹ پروفیسر ہے، پروفیسر ہے. تو کیا پالیسی ان لوگوں پہ بھی اپلائی ہوگی؟ وہ لوگ بھی اپنے کلینکس بند کریں. ان لوگوں نے بھی تو سب یہاں پہ کلیئر کیا تھا. نہیں، لیکن انہوں نے اس کو اب ایک پولیٹیکل کلیش دیا. کیوں؟ کیونکہ ابھی ریسنٹلی افغانستان اور پاکستان کے جیسے حالات بن رہے ہیں، ان حالات کی بیس پہ انہوں نے اس کو ایک پولیٹیکل رنگ دیا کہ نہیں چلو صحیح ہے، آپ کے افغانستان کے ساتھ پولیٹیکل کلیشز ہے، وہاں پہ طالبان کے ساتھ آپ کی نہیں بنتی، تو کیا ایک ڈاکٹر جو یہاں پہ آپ پاکستانی ہے اور پاکستان کے لوگوں کی خدمت کے لیے یہاں آیا ہوا ہے، ان پہ بھی آپ پابندی لگاؤ گے؟ ان کو بھی آپ غیر ملکی کنسیڈر کریں گے؟ ان کو بھی آپ ٹیررسٹ کنسیڈر کریں گے؟ اگر ایسی پالیسی آپ نے بنائی ہے جس کے تحت 5000 ڈاکٹرز پلس انرولڈ اسٹوڈنٹ افیکٹڈ ہے، تو اگر یہ سب 5000 ڈاکٹرز انرولڈ اسٹوڈنٹ کے فیوچر کے ساتھ آپ نے کھیلا ہے، لاکھوں روپے ان لوگوں نے خرچ کی ہے، ان کے فیملیز نے ہزاروں قربانیاں دی ہے ان لوگوں کے لیے، تو ان 5000 اسٹوڈنٹس میں سے اگر 2 بھی بچے ٹیررسٹ نکلے تو آپ ان لوگوں کے ساتھ کیا کرو؟ کیونکہ ان کے مائنڈ میں بھی تو کچھ نہ کچھ چل رہا ہوگا نا کہ پچھلے 2 سال سے میں ایسے بیٹھا ہوں، میں PMDC کے غیر منصفانہ قانون کے تحت یہاں پہ مجھے الاؤ نہیں کیا جا رہا ہے. اور سب سے امپورٹنٹ بات، PMDC کا جو پریزیڈنٹ ہے رضوان تاج، اور اس کے ساتھ 2 اور بھی ہے، ایون ہیلتھ منسٹری بھی اس میں انوالو ہے، ایون جتنے بھی یہ سیکرٹریز ہیں یہ سب اس میں انوالو ہے، اور ایک مافیا بنی ہوئی ہے کیونکہ اپنے پرائیویٹ کالجز ہیں ان کی یہاں پہ. پچھلے انڈیکیٹ یا پچھلے آپ دیکھیں نا 746 سیٹس پبلک پلس پرائیویٹ سیکٹر میں empty پڑ گئی. کیوں؟ وہ لوگ چاہتے ہیں کہ یہ لوگ ہمارے اپنے کالجز میں یہاں پہ داخلہ لے، باہر نہ جائے. اگر ایک بچہ باہر جا کے 60-70 لاکھ وہ خرچ کرتا ہے اور یہاں آپ لوگ ان سے کروڑوں روپے کے ڈیمانڈ کرتے ہو، تو کیوں نہ وہ باہر جا کے، اور ایسا بھی نہیں ہے، یہ لوگ آتے ہیں یہاں پہ، آپ ان کو فلٹر کرتے ہو. NRE ایگزام آپ لوگوں نے رکھا ہے، ہم نہ NRE ایگزام سے ڈرتے ہیں. ہمیں الاؤ تو کرے نا، ایگزام میں بیٹھنے کی اجازت تو دے دینا. پھر دیکھیں پھر یہ باتیں کہے کہ یہ پریکٹس کے اہل نہیں ہے، یہ کچھ کر نہیں سکتے. ہمیں تھوڑا اجازت تو دیجیے نا، پھر آپ ہم اپنی قابلیت شو کریں گے، آپ اپنی پالیسی اسپیشلی شو کیا کریں. ہمیں اگر اجازت نہیں، پچھلے 2 NRE ایگزام ہم سے رہ چکے ہیں، تقریباً 1200 جو گریجویٹڈ ہے اور باقی جو 4000 انرولڈ اسٹوڈنٹ ہے. تو یہ کوئی اتنا چھوٹا فگر نہیں ہے کہ آپ ان کے فیوچر کے ساتھ کھیلیں گے. سب سے امپورٹنٹ ایک اور بات میں آپ لوگوں کے ذہن میں لانا چاہتا ہوں کہ ایک اسٹوڈنٹ افغانی ہے، میرا اپنا کلاس میٹ ہے، صحیح ہے، وہ افغانی ہے، میں پاکستانی ہوں. ہم دونوں نے ایک ہی کلاس میں پڑھا ہے، ایک ہی بیچ میں ہم گریجویٹ ہوئے ہیں، ایک ہی یونیورسٹی سے گریجویٹ ہم دونوں گریجویٹ ہوئے تھے. لیکن اس اسٹوڈنٹ کو یہاں پہ پاکستان کے جو FCPS ایگزام ہے اس میں الاؤ کیا جاتا ہے. یہی اس کی ریزلٹ ہے، میں آپ لوگوں کے سامنے رکھتا ہوں. یہ میرا اپنا کلاس میٹ ہے لیکن افغانی ہے، وہ یہاں پہ FCPS کا ایگزام دے سکتا ہے، تو میں کیوں نہیں دے سکتا؟ میں پاکستانی ہوں، میں پختون ہوں، میں پٹھان ہوں، اس لیے میرے ساتھ یہ ظلم ہو رہا ہے. حالانکہ یہ میرا اپنا کلاس میٹ ہے، انہوں نے FCPS کا ایگزام دیا ہے وہاں پہ، لیکن یہاں پہ مجھے NRE ایگزام کی بھی اجازت نہیں ہے، نیشنل رجسٹریشن ایگزام کی اجازت نہیں ہے. دوسری مزے کی بات، میرا اپنے جو کلاس میٹ ہے وہ UC ملی اسی امریکہ کی ہماری اپنی یونیورسٹی
ابھی ریسنٹلی انہوں نے امریکہ کا ایگزام کلیئر کیا ہوا ہے, یہی اس کا ریزلٹ ہے. پاکستان میں کسی کی بھی اتنے زیادہ مارکس کسی کی بھی اسی میرے ایگزام میں نہیں آئے جتنے اس بندے کے آئے ہوئے ہیں. حالانکہ یہ میرا اپنا کلاس میٹ ہے لیکن یہ افغانی ہے, میں پاکستانی ہوں, وہ افغانی ہے. ان کو اجازت دی جاتی ہے, کیوں؟ اس کی پیچھے بھی ایک راز ہے, کیونکہ ان لوگوں کو جب یہ FCPS پاس کرتے ہیں تو بغیر تنخواہ کے اس کی سیٹ الوکیٹ ہو جاتی ہے, لیکن تنخواہ کس کو جاتی ہے؟ CPSP کو جاتی ہے, ان سیکرٹریز کے جیب میں جاتے ہیں. حالانکہ بہت سارے ایسے وہ ہیں جنہوں نے FCPS ایگزام کلیئر کیا ہوا ہے. دوسری بات, جو یونیورسٹیز یہ لوگ کہتے ہیں کہ ACFMG کے ساتھ رجسٹرڈ نہیں ہے, اس کے ساتھ یہ آسٹریلین میڈیکل کاؤنسل کے ساتھ رجسٹرڈ ہے. تو کیا آپ آسٹریلیا سے مطلب آگے ہو؟ FMDC آسٹریلیا سے آگے ہے, کینیڈا سے آگے ہے. پولیس ذرا دکھا دیں, کینیڈا کے ایجوکیشن کمیشن سے آپ ابھی PMDC خود 2024 میں ACFMG کے ساتھ رجسٹرڈ ہوئے. لیکن میں اپنی باتیں مطلب کم کر دیتا ہوں کیونکہ ہمارے سینئرز بیٹھے ہوئے ہیں ادھر.